ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਪੰਚਮ ਪਾਤਸ਼ਾਹ ਜੀ ਦੇ 76 ਸ਼ਬਦ ਕੱਲ ਸੰਪੂਰਨ ਹੋਏ ਸੀ। 77ਵਾਂ ਸ਼ਬਦ ਸੋ ਅੱਜ ਹੈ। ਪਾਤਸ਼ਾਹ ਜੀ ਪੰਚ ਪਾਤਸ਼ਾਹ ਜੀ ਦੇ ਆਰੰਭ ਹੁੰਦਾ ਹੈ 195 ਅੰਗ ਤੇ ਗੌੜੀ ਰਾਗ ਦੇ ਵਿੱਚ ਪਾਤਸ਼ਾਹ ਜੀ ਇਹ ਸ਼ਬਦ ਉਚਾਰਨ ਕਰਦੇ ਹਨ ਜੀ। ਗੌੜੀ ਮਹੱਲਾ ਪੰਜਵਾਂ। ਰੱਬ ਕੇ ਚਰਨ ਮਨ ਮੈਂ ਧਿਆਨ, ਸਗਲ ਤੀਰਥ ਮਜਨ ਇਸ਼ਨਾਨ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਭਾਈ ਬਚਨ ਕਰਦੇ ਹਨ। ਜਿਗਿਆਸੂ ਮੁਖ ਦੁਆਰਾ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਹਨ। ਪ੍ਰਭ ਕੇ ਚਰਨ ਮਨ ਮੈਂ ਧਿਆਨ, ਕਹਿੰਦੇ ਪ੍ਰਭੂ ਦੇ ਪਰਮੇਸ਼ਰ ਦੇ ਭਾਈ ਹਰੀ ਦੇ ਚਰਨਾਂ ਦਾ ਧਿਆਨ ਧਾਰੀਏ। ਉਹ ਮਨ ਦੇ ਵਿੱਚ ਹਰੀ ਦੇ ਚਰਨ ਮਹਾਰਾਜ ਜੀ ਕਹਿੰਦੇ ਵਸਾਣਾ ਕਰੀਏ। ਉਹਨਾਂ ਦਾ ਫਲ ਚਰਨ ਕਮਲਾਂ ਦਾ ਐਸਾ ਹੈ ਜਿਹੜਾ ਮਨ ਦੇ ਵਿੱਚ ਗੁਰਮੁਖ ਪਿਆਰਾ ਕੋਈ ਜਿਗਿਆਸੂ ਕੋਈ ਪ੍ਰਾਨੀ ਚਰਨ ਧਾਰਨ ਕਰਦਾ, ਭਾਵ ਕਿ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਵਸਾਉਂਦਾ ਹੈ। ਮਹਾਰਾਜ ਜੀ ਕਹਿੰਦੇ 68 ਤੀਰਥਾਂ ਦਾ ਫਲ ਮਿਲਦਾ। ਵਚਨ ਕਰਦੇ ਹਨ ਸਗਲ ਤੀਰਥ ਮਜਨ ਇਸ਼ਨਾਨ। ਮਹਾਰਾਜ ਜੀ ਕਹਿੰਦੇ ਸਗਲ ਤੀਰਥਾਂ ਦਾ ਮੱਜਨ ਇਸ਼ਨਾਨ ਦਾ ਫਲ ਮਿਲਦਾ ਹੈ। ਮੱਜਨ ਦਾ ਫਲ ਮਹਾਰਾਜ ਜੀ ਕਹਿੰਦੇ ਜਦੋਂ ਕੋਈ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਸੁੱਚ ਇਸ਼ਨਾਨ ਕਰਕੇ ਬਾਣੀ ਨੂੰ ਪੜ੍ਹਦਾ, ਬਾਣੀ ਨੂੰ ਸਿਮਰਦਾ, ਉਹਦਾ ਧਿਆਨ ਚਰਨ ਕਮਲ ਹਿਰਦੇ ਵਿੱਚ ਧਾਰਦਾ ਤੇ ਮਹਾਰਾਜ ਜੀ ਕਹਿੰਦੇ ਤੀਰਥਾਂ ਦੇ ਇਸ਼ਨਾਨ ਦਾ ਫਲ ਘਰ ਬੈਠੀ ਪ੍ਰਾਪਤ ਹੋ ਜਾਂਦਾ। ਗੁਰੂ ਨਾਨਕ ਮਹਾਰਾਜ ਜੀ ਨੇ ਦੇਖੋ ਸੌਖਾ ਮਾਰਗ ਦਰਸਾਤਾ। ਪੁਰਾਤਨ ਸਮਿਆਂ 'ਚ ਲੋਕ ਤੀਰਥਾਂ ਦੇ ਇਸ਼ਨਾਨ ਕਰਦੇ ਸੀ। ਹਿੰਦੂ ਮਤ ਦੇ ਮੁਤਾਬਕ ਹੁਣ ਵੀ ਕੀਤੇ ਜਾਂਦੇ ਹਨ। 68 ਤੀਰਥਾਂ ਦਾ ਇਸ਼ਨਾਨ, ਪੂਰਬੀ ਦਾ ਇਸ਼ਨਾਨ, ਤੇ ਉਹਦੇ ਵਿੱਚ ਲੋਕ ਮੁਕਤੀ ਸਮਝਦੇ ਸੀ। ਇੱਥੇ ਸ਼ਬਦ ਦੇ ਨਾਲ ਹੀ ਮਹਾਰਾਜ ਮੁਕਤ ਕਰਦੇ ਹਨ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਗੁਰਸਿੱਖ ਜਦੋਂ ਚਰਨ ਕਮਲ ਧਾਰਦਾ ਗੁਰੂ ਦੇ, ਬਾਣੀ ਨੂੰ ਪੜ੍ਹਦਾ, ਮਹਾਰਾਜ ਜੀ ਕਹਿੰਦੇ ਬਾਣੀ ਨੂੰ ਵਿਚਾਰਦਾ, ਉਦੋਂ ਹੀ ਮੱਜਨ ਦਾ ਇਸ਼ਨਾਨ ਹੋ ਜਾਂਦਾ। ਸਗਲ ਤੀਰਥਾਂ ਦਾ ਮੱਜਨ ਇਸ਼ਨਾਨ ਦੀ ਪ੍ਰਾਪਤੀ ਹੁੰਦੀ ਹੈ। ਹਰ ਦਿਨ ਹਰ ਸਿਮਰਨ ਮੇਰੇ ਭਾਈ। ਰਹਾਉ ਦੀ ਪੰਕਤੀ ਵਿੱਚ ਪਾਤਸ਼ਾਹ ਜੀ ਕੇਂਦਰੀ ਭਾਵ ਦਰਸਾਉਂਦੇ ਨੇ, ਕਹਿੰਦੇ ਦਿਨ ਅਤੇ ਰਾਤ ਦਾ ਸਿਮਰਨ ਕਰੀਏ। ਇਹ ਭਾਈ ਭਾਈ ਸ਼ਬਦ ਨਾਲ ਮਹਾਰਾਜ ਜੀ ਪਿਆਰ ਨਾਲ ਸੰਬੋਧਨ ਕਰਦੇ ਹਨ। ਕਹਿੰਦੇ ਇਹ ਭਾਈ ਜਨੋ ਹਰੀ ਦਾ ਸਿਮਰਨ ਦਿਨ ਰੈਣ ਕਰਨਾ ਚਾਹੀਦਾ। ਦਿਨ ਰਾਤ ਹੀ ਉਹਦੀ ਧੁਨ ਹਿਰਦੇ ਵਿੱਚ ਬਣੀ ਰਹੇ। ਹਰ ਦਿਨ ਹਰ ਸਿਮਰਨ ਮੇਰੇ ਭਾਈ। ਮਹਾਰਾਜ ਜੀ ਕਹਿੰਦੇ ਦਿਨ ਸਦਾ ਹੀ ਉਹਦਾ ਸਿਮਰਨ ਕਰੀਏ। ਕੋਟ ਜਨਮ ਕੀ ਮੈਲ ਲਹਿ ਜਾਈ। ਮਹਾਰਾਜ ਜੀ ਕਹਿੰਦੇ ਕਰੋੜਾਂ ਹੀ ਜਨਮਾਂ ਦੀ ਤੇਰੇ ਮਨ ਦੀ ਮੈਲ ਲਹਿ ਜਾਏਗੀ। ਕਰੋੜਾਂ ਜਨਮਾਂ ਦੀ ਆਤਮਾ ਮਨ ਮੈਲਾ ਪਿਆ। ਮਹਾਰਾਜ ਜੀ ਕਹਿੰਦੇ ਉਹ ਮੈਲ ਧੁੱਪ ਜਾਵੇਗੀ, ਲਹਿ ਜਾਵੇਗੀ। ਰਹਾਉ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਭਾਈ ਬਚਨ ਕਰਦੇ ਹਨ ਜੀ। ਹਰ ਕੀ ਕਥਾ ਰਿਦ ਮਾਹੇ ਵਿਸਾਈ, ਮਨ ਬਾਸ਼ਤ ਸਗਲੇ ਫਲ ਪਾਏ। ਦੇਖੋ ਉਹਦੀ ਸਿਮਰਨ ਦਾ, ਉਹਦੀ ਕਥਾ ਦਾ, ਉਹਦੀ ਵਿਚਾਰ ਸੁਣਦਾ ਕਿੰਨਾ ਵੱਡਾ ਮਹਾਰਾਜ ਜੀ ਫਲ ਦੱਸਦੇ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਹਰੀ ਦੀ ਕਥਾ ਸੁਣਨੀ ਤੇ ਉਹਨੂੰ ਧਾਰਨ ਕਰਨਾ, ਕਥਾ ਰਾਹੀਂ ਉਹਦੇ ਗੁਣਾਂ ਨੂੰ ਇਕੱਤਰ ਕਰਨਾ, ਗੁਣਾਂ ਨੂੰ ਧਾਰਨ ਕਰਨਾ ਮਾਲਕ ਦੇ। ਮਹਾਰਾਜ ਜੀ ਕਹਿੰਦੇ ਉਹਦਾ ਵੀ ਵੱਡਾ ਫਲ ਹੈ ਭਾਈ। ਆਪਾਂ ਆਉਂਦੇ ਆ ਨਾ ਗੁਰੂ ਦੀ ਵਿਚਾਰ ਸੁਣਦੇ ਆ, ਸ਼ਬਦ ਦੀ ਵਿਚਾਰ, ਮਹਾਰਾਜ ਜੀ ਕਹਿੰਦੇ ਇਹਦਾ ਫਲ ਹੈ। ਕਹਿੰਦੇ ਹਿਰਦੇ ਵਿੱਚ ਜਦੋਂ ਕੋਈ ਧਾਰਨ ਕਰਦਾ, ਬਚਨਾਂ ਨੂੰ ਮੰਨਦਾ, ਮਹਾਰਾਜ ਜੀ ਕਹਿੰਦੇ ਮਨ ਬਾਸ਼ਤ ਫਲ ਪਾਈ।
ਕਹਿੰਦੇ ਮਨ ਦਾ ਜਿਵੇਂ ਦਾ ਮਨੋਰਥ ਹੈ ਉਵੇਂ ਦਾ ਫਲ ਮਿਲ ਜਾਂਦਾ ਹੈ। ਜਿੰਨੇ ਫਲ ਹਨ ਮਹਾਰਾਜ ਜੀ ਕਹਿੰਦੇ ਮਨ ਦੇ ਵਿੱਚ ਉਹਦੀ ਪ੍ਰਾਪਤੀ ਹੁੰਦੀ ਹੈ। ਜੀਵਨ ਮਰਨ ਜਨਮ ਪਰਵਾਨ ਜਾਂ ਕੈ ਹਿਰਦੈ ਵਸੇ ਭਗਵਾਨ। ਮਹਾਰਾਜ ਜੀ ਅਗਲੀ ਪੰਕਤੀ ਵਿੱਚ ਤੀਜੇ ਪਾਦ ਵਿੱਚ ਬਚਨ ਕਰਦੇ ਹਨ, ਕਹਿੰਦੇ ਜੀਵਨ ਮਰਨ ਜਨਮ ਪ੍ਰਵਾਨ, ਜੰਮਣ ਮਰਨਾ ਖਤਮ ਹੁੰਦਾ। ਮਹਾਰਾਜ ਜੀ ਕਹਿੰਦੇ ਜਨਮ ਪ੍ਰਵਾਨ ਹੋ ਜਾਂਦਾ ਮਨੁੱਖਾ ਜੀਵਨ। ਕਿਹਦੇ ਨਾਲ? ਕਹਿੰਦੇ ਜਾ ਕੇ ਹਿਰਦੇ ਵਸੇ ਭਗਵਾਨ, ਜਿਨ੍ਹਾਂ ਦੇ ਹਿਰਦਿਆਂ ਵਿੱਚ ਭਗਵਾਨ ਠਾਕਰ ਪ੍ਰਭੂ ਪ੍ਰਕਾਸ਼ ਹੋ ਜਾਂਦੇ ਹਨ। ਬਾਣੀ ਨੂੰ ਪੜ੍ਹ ਕੇ ਬਾਣੀ ਰਾਹੀਂ ਚਰਨ ਕਮਲ ਧਾਰਨ ਕਰਦੇ ਆ। ਜਦੋਂ ਦੀ ਵਿਚਾਰ ਸੁਣਦੇ ਆ, ਉਹਦੀ ਬਾਣੀ ਸੁਣਦੇ ਆ, ਸੱਚੇ ਗੁਰੂ ਦੀ ਸੰਗਤ ਕਰਦੇ ਆ, ਤੇ ਮਹਾਰਾਜ ਜੀ ਕਹਿੰਦੇ ਹਿਰਦੇ ਵਿੱਚ ਉਹਦਾ ਵਾਸ ਹੋ ਜਾਂਦਾ। ਫਿਰ ਮਹਾਰਾਜ ਜੀ ਕਹਿੰਦੇ ਜੰਮਣ ਮਰਨੀ ਖਤਮ ਹੋ ਜਾਂਦਾ, ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਕਹੋ ਨਾਨਕ ਸਈ ਜਨ ਪੂਰੇ, ਜਿਨ੍ਹਾਂ ਪ੍ਰਾਪਤ ਸਾਧੂ ਪੂਰੇ। ਅਖੀਰਲੇ ਪਦ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ, ਅਖੀਰਲੀਆਂ ਪੰਕਤੀਆਂ ਵਿੱਚ, ਕਹੋ ਨਾਨਕ ਸਈ ਜਨ ਪੂਰੇ। ਇਹ ਨਾਨਕ ਉਹੀ ਜਨ ਪੂਰੇ ਹਨ ਜਿਨ੍ਹਾਂ ਪ੍ਰਾਪਤ ਸਾਧੂ ਧੂਰੇ, ਜਿਨ੍ਹਾਂ ਨੂੰ ਮਹਾਰਾਜ ਜੀ ਕਹਿੰਦੇ ਪਿਰਾਨੀਆਂ ਨੂੰ, ਜਿਗਾਸੂਆਂ ਨੂੰ ਸਾਧ ਸੰਗਤ ਪ੍ਰਾਪਤ ਹੋ ਗਈ। ਜਿਨ੍ਹਾਂ ਪ੍ਰਾਪਤ ਸਾਧੂ ਧੂਰੇ, ਕਹਿੰਦੇ ਗੁਰੂ ਦੀ ਸੰਗਤ ਮਿਲ ਗਈ, ਸੱਚੇ ਗੁਰੂ ਦਾ ਸੰਗ ਮਿਲ ਗਿਆ, ਚਰਨ ਕਮਲ ਧੂੜ ਪ੍ਰਾਪਤ ਹੋ ਗਈ। ਮਹਾਰਾਜ ਜੀ ਕਹਿੰਦੇ ਕਹੋ ਨਾਨਕ ਸੀ ਜਨ ਪੂਰੇ। ਮਹਾਰਾਜ ਜੀ ਕਹਿੰਦੇ ਉਹੀ ਜਨ ਪੂਰੇ ਹੋ ਜਾਂਦੇ ਨੇ, ਭਾਵ ਕਿ ਉਹਨਾਂ ਦਾ ਆਇਆ ਸਫਲ ਹੋ ਜਾਂਦਾ ਹੈ, ਕਾਰਜ ਪੂਰਾ ਹੋ ਜਾਂਦਾ ਹੈ। ਇੱਥੇ ਸ਼ਬਦ ਸਮਾਪਤ ਹੁੰਦਾ, ਅਗਲਾ ਸ਼ਬਦ ਆਰੰਭ ਹੁੰਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਖਾਦਾ ਐਨ ਦਾ ਮੁਕਰ ਪਾਏ, ਜਿਸਨੂੰ ਜੋਹੇ ਦੂਤ ਧਰਮ ਰਾਏ। ਅਗਲਾ ਸ਼ਬਦ ਮਹਾਰਾਜ ਜੀ ਆਰੰਭ ਕਰਦੇ ਹਨ। ਤੇ ਦੇਖੋ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਜਵਾਬ ਦੇ ਰਹੇ ਹਨ। ਕਹਿੰਦੇ ਐਸੇ ਜੀਵ ਹਨ ਬਹੁਤੇ ਸ੍ਰਿਸ਼ਟੀ ਵਿੱਚ, ਕਹਿੰਦੇ ਉਹਦਾ ਹੀ ਖਾਂਦੇ ਹਨ, ਉਹਦਾ ਹੀ ਪਹਿਨਦੇ ਹਨ, ਪਰ ਮੁੱਕਰ ਜਾਂਦੇ ਨੇ ਖਾ ਪੀ ਕੇ। ਖਾ ਪੀ ਕੇ ਮੁੱਕਰ ਜਾਣਾ, ਖਾ ਵੀ ਲੈਣਾ ਕਿਸੇ ਦਾ, ਫਿਰ ਕਹਿ ਦੇਣਾ ਕਿ ਮੈਂ ਖਾਧਾ ਨਹੀਂ ਕੁਝ ਵੀ, ਪਹਿਨ ਲੈਣਾ, ਫਿਰ ਵੀ ਕਹਿਣਾ ਕਿ ਮੈਨੂੰ ਤਾਂ ਕੁਝ ਮਿਲਿਆ ਹੀ ਨਹੀਂ ਹੈ ਪਹਿਨਣ ਵਾਸਤੇ। ਤੇ ਮਹਾਰਾਜ ਜੀ ਕਹਿੰਦੇ ਐਸੀ ਸ੍ਰਿਸ਼ਟੀ ਹੈ, ਐਸੇ ਜੀਵ ਹਨ ਸ੍ਰਿਸ਼ਟੀ ਤੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹ ਮਾਲਕ ਦਾ ਖਾਂਦੇ ਵੀ ਹਨ, ਪੀਂਦੇ ਹਨ, ਪਹਿਨਦੇ ਵੀ ਹਨ, ਵਰਤਦੇ ਵੀ ਹਨ, ਸਭ ਕੁਝ, ਫਿਰ ਵੀ ਮੁੱਕਰ ਜਾਂਦੇ ਹਨ ਕਿ ਅਸੀਂ ਤਾਂ ਕੁਝ ਨਹੀਂ ਉਹਦਾ ਲਿਆ ਮਾਲਕ ਦਾ। ਜਿਵੇਂ ਦੁਨੀ ਚੰਦ ਰਾਜਾ ਮੁੱਕਰ ਗਿਆ ਸੀ ਨਾ, ਜਿਸ ਵੇਲੇ ਧੀਆਂ ਨੂੰ ਧੀਆਂ ਸੀ, ਸੱਤਾਂ ਨੂੰ ਬੁਲਾ ਕੇ ਪੁੱਛਿਆ ਸੀ ਕਿ ਕਿਹਦਾ ਦਿੱਤਾ ਖਾਂਦੀਆਂ ਜੀ। ਸੱਤਾਂ ਧੀਆਂ ਨੂੰ ਬੁਲਾਇਆ, ਰਾਜਾ ਸੀ, ਮਨ ਦੇ ਵਿੱਚ ਹਉਮੈ ਸੀ, ਮੈਂ ਸੀ, ਹੰਕਾਰ ਸੀ ਕਿ ਮੈਨੂੰ ਕੌਣ ਦੇਣ ਵਾਲਾ, ਮੈਂ ਤਾਂ ਖੁਦ, ਮੈਂ ਰਾਜਾ ਹਾਂ, ਰਾਜ ਭਾਗ ਤੇ ਬੈਠਾ, ਤੇ ਮੇਰਾ ਦਿੱਤੀ ਸਾਰੀ ਪ੍ਰਜਾ ਖਾਂਦੀ ਹੈ, ਮੇਰਾ ਦਿੱਤਾ ਹੀ ਮੇਰਾ ਪਰਿਵਾਰ, ਮੇਰੀਆਂ ਧੀਆਂ ਖਾਂਦੀਆਂ। ਧੀਆਂ ਨਾਲ ਪਿਆਰ ਕਰਦਾ ਸੀ, ਰਾਜੇ ਦੀਆਂ ਧੀਆਂ ਹੀ ਸੀ, 7 ਧੀਆਂ। ਸਭ ਤੋਂ ਛੋਟੀ ਧੀ ਰਜਨੀ ਸੀ, ਜਿਹਨੇ 8 ਤੀਰਥ ਜੋ ਹੈ ਅੰਮ੍ਰਿਤਸਰ ਤੀਰਥ ਪ੍ਰਗਟ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੁੱਖ ਭੰਜਨੀ ਬੇਰੀ ਜਿਹੜੀ ਉਹ ਪ੍ਰਗਟ ਕਰਨ ਵਾਲੀ ਬੀਬੀ ਰਜਨੀ ਹੋਈ ਹੈ। ਇਹਦੇ ਬਦੌਲਤ ਉਹ ਜਗ੍ਹਾ ਪ੍ਰਗਟ ਹੋਈ। ਸਾਧ ਸੰਗਤ ਜੀ, ਰਾਜਾ ਸਾਰੀਆਂ ਧੀਆਂ ਨੂੰ ਵਾਰ-ਵਾਰ ਬੁਲਾ ਕੇ ਪੁੱਛਦਾ ਹੈ, ਭਾਈ ਕਿਹਦਾ ਦਿੱਤਾ ਖਾਂਦੀਆਂ ਜੇ? ਹੰਕਾਰੀ ਰਾਜਾ ਪੁੱਛਦਾ, ਤੇ ਉਸ ਵੇਲੇ ਸਾਰੀਆਂ ਨੇ ਜਵਾਬ ਦਿੱਤਾ, ਕਹਿੰਦੇ ਪਿਤਾ ਜੀ ਤੁਹਾਡਾ ਦਿੱਤਾ ਖਾਂਦੀਆਂ। ਤੁਸੀਂ ਸਾਨੂੰ ਸਭ ਕੁਝ ਦੇ ਰਹੇ ਹੋ, ਤੁਸੀਂ ਰਾਜੇ ਹੋ, ਤੁਹਾਡੇ ਕੋਲ ਭੰਡਾਰੇ ਭਰੇ ਹਨ ਅੰਨ ਧਨ ਦੇ, ਤੁਹਾਡਾ ਦਿੱਤਾ ਖਾਂਦੀਆਂ। ਕਿਉਂਕਿ ਬੇਸਮਝ ਸਨ, ਛੋਟੀ ਮੱਤ ਹੋਣ ਕਰਕੇ ਜਵਾਬ ਦਿੰਦੀਆਂ ਹਨ। ਪਰ ਰਜਨੀ ਜਿਹੜੀ ਸੀ ਉਹ ਪ੍ਰਮਾਤਮਾ ਨੂੰ ਮੰਨਣ ਵਾਲੀ ਸੀ। ਛੋਟੀ ਧੀ ਭਾਵੇਂ ਲਾਡਲੀ ਧੀ ਸੀ, ਪਰ ਉਹ ਮਾਲਕ ਨੂੰ, ਪ੍ਰਭੂ ਨੂੰ, ਠਾਕਰ ਨੂੰ ਮੰਨਦੀ ਸੀ। ਜਦੋਂ ਉਹਦੇ ਤੋਂ ਜਵਾਬ ਪੁੱਛਿਆ, ਰਜਨੀ ਤੂੰ ਕਿਹਦਾ ਦਿੱਤਾ ਖਾਂਦੀ ਹੈ, ਤੇ ਰਜਨੀ ਦਾ ਇਹੀ ਜਵਾਬ ਸੀ, ਕਹਿੰਦੀ ਪਿਤਾ ਜੀ ਮੈਂ ਤੇ ਪਰਮੇਸ਼ਰ ਦਾ ਦਿੱਤਾ ਖਾਂਦੀ ਆ, ਉਹ ਠਾਕਰ ਪਰਮੇਸ਼ਰ ਪ੍ਰਭੂ ਦਾ ਦਿੱਤਾ, ਪਰ ਤੁਸੀਂ ਵੀ ਉਹਦਾ ਹੀ ਦਿੱਤਾ ਖਾ ਰਹੇ ਹੋ। ਇਹ ਰਾਜ ਤੁਹਾਡੇ ਕੋਲ ਅੱਜ ਹੈ, ਸੁੱਖ ਹਨ, ਧਨ ਦੌਲਤ ਪਦਾਰਥ ਹਨ, ਉਹ ਮਾਲਕ ਦੇ ਦਿੱਤੇ ਅਸੀਂ ਵਰਤ ਰਹੇ ਹਾਂ,
ਉਹਦਾ ਦਿੱਤਾ ਰਾਜ ਭਾਗ ਹੈ, ਉਹਦਾ ਦਿੱਤੇ ਪਦਾਰਥ ਹਨ, ਤੇ ਉਹਦਾ ਦਿੱਤੇ ਹੀ ਸਾਰਾ ਸੰਸਾਰ ਖਾ ਰਿਹਾ, ਆਪਾਂ ਵੀ ਉਹਦਾ ਦਿੱਤੇ ਹੀ ਖਾਂਦੇ ਹਾਂ। ਇੰਨੀ ਗੱਲ ਸੁਣ ਕੇ ਹੰਕਾਰ ਦੇ ਵਿੱਚ ਗੁੱਸਾ ਆ ਗਿਆ, ਬੜਾ ਲਾਲ ਪੀਲਾ ਹੋਇਆ। ਰਾਜ ਭਾਗ ਦੇ ਵਿੱਚ ਸਭਾ ਬੁਲਾ ਲਈ, ਸਾਰੀ ਸਭਾ ਦੇ ਸਾਹਮਣੇ ਕਹਿੰਦਾ ਆਪਣੇ ਸੰਤਰੀਆਂ ਨੂੰ, ਆਪਣੇ ਦਰਬਾਰੀਆਂ ਨੂੰ, ਕਹਿੰਦਾ ਭਾਈ ਕੋਈ ਪਿੰਗਲਾ ਲੱਭ ਕੇ ਲੈ ਕੇ ਆਓ, ਇਹਦਾ ਪਿੰਗਲੇ ਨਾਲ ਵਿਆਹ ਕਰ ਦਿੰਦੇ ਆ, ਪਤਾ ਲੱਗ ਜਾਏਗਾ ਕਿਸ ਤਰ੍ਹਾਂ ਕਿਹਦਾ ਦਿੱਤਾ ਖਾਂਦੀ ਹੈ। ਇਹਦੇ ਪਤਾ ਲੱਗ ਜਾਏਗਾ ਕਿ ਰੱਬ ਇਹਨੂੰ, ਪਰਮਾਤਮਾ ਨੂੰ ਠਾਕਰ ਕਿਵੇਂ ਦਿੰਦਾ ਹੈ। ਇਹਦਾ ਪਿੰਗਲੇ ਨਾਲ ਵਿਆਹ ਕਰ ਦਿੰਦੇ ਆ। ਤੇ ਹਿਦਾਇਤ ਕਰਤੀ, ਸੁਚੇਤ ਕਰਤਾ। ਉਸ ਵੇਲੇ ਮੰਤਰੀਆਂ ਨੂੰ ਕਹਿਤਾ ਇਹਦਾ ਪਿੰਗਲੇ ਨਾਲ ਵਿਆਹ ਕਰਕੇ ਇਹਨੂੰ ਰਾਜ ਭਾਗ ਤੋਂ ਬਾਹਰ ਕੱਢ, ਦੇਸ ਨਿਕਾਲਾ ਦਿੱਤਾ ਜਾਵੇ, ਸਾਡੇ ਦੇਸ਼ ਤੋਂ, ਸੂਬੇ ਚੋਂ ਬਾਹਰ ਕੱਢ ਦਿੱਤਾ ਜਾਵੇ। ਦੇਖੋ ਕੈਸੀ ਸਜ਼ਾ ਆਪਣੀ ਲਾਡਲੀ ਧੀ ਨੂੰ ਦੇ ਰਿਹਾ ਰਾਜਾ ਹੰਕਾਰ ਦੇ ਵਿੱਚ। ਇਹ ਇੱਕ ਉਦਾਹਰਣ ਪੈਦਾ ਹੁੰਦੀ ਹੈ ਸ਼ਬਦ ਦੀ, ਕਿਉਂਕਿ ਸ਼ਬਦਾਂ ਦੇ ਵਿੱਚੋਂ ਹੀ ਉਦਾਹਰਣਾਂ ਪੈਦਾ ਹੋ ਜਾਂਦੀਆਂ ਹਨ। ਆਪਾਂ ਕਈ ਵਾਰੀ ਕਹਿੰਦੇ ਨੇ ਸਾਖੀ ਨਹੀਂ ਸੁਣਾਉਣੀ ਚਾਹੀਦੀ, ਕਿ ਮਿੱਥ ਇਤਿਹਾਸ ਹੈ। ਬਹੁਤੇ ਲੋਕ, ਕਈ ਲੋਕ ਕਿਰੰਤੂ ਪਰੰਤੂ ਕਰਦੇ ਹਨ ਇੱਥੇ, ਕਿ ਸ਼ਬਦ ਦੀ ਵਿਚਾਰ ਹੀ ਕੀਤੀ ਜਾਵੇ, ਸਾਖੀ ਨਾ ਸਜਾਈ ਜਾਵੇ, ਕਿਉਂਕਿ ਸਾਖੀ ਦੇ ਨਾਲ ਹੀ ਪਤਾ ਲੱਗਦਾ ਇਤਿਹਾਸ ਦਾ। ਇਹ ਸੱਚੀਆਂ ਸਾਖੀਆਂ ਮਹਾਰਾਜ ਦੀ ਬਾਣੀ ਕਹਿੰਦੀ ਕਿ ਸੇਧ ਮਿਲਦੀ ਹੈ, ਗਿਆਨ ਮਿਲਦਾ, ਸੋਝੀ ਹੁੰਦੀ ਹੈ, ਸ਼ਬਦੀ ਵਿਚਾਰ ਦੀ ਸਮਝ ਲੱਗਦੀ ਹੈ ਸਾਖੀ ਦੇ ਨਾਲ। ਕੋਈ ਝੂਠੀਆਂ ਨਹੀਂ ਹਨ ਕਿ ਆਪਾਂ ਕਹਿ ਦਈਏ ਮਿੱਥ ਇਤਿਹਾਸ। ਆਪਾਂ ਸਾਰਿਆਂ ਨੂੰ ਕਹੀ ਜਾਂਦੇ ਮਿੱਥ ਇਤਿਹਾਸ ਹੈ, ਸੁਣਦੇ ਨਹੀਂ ਬੋਲਿਆਂ ਦੀ ਤਰ੍ਹਾਂ, ਜਿੱਧਰ ਕੋਈ ਲਾਂਦਾ ਤੁਰ ਲੈਂਦੇ ਆ ਉਧਰ ਹੀ। ਕਿਉਂਕਿ ਬਾਣੀ ਦੇ ਵਿੱਚ ਉਦਾਹਰਣਾਂ ਪੈਦਾ ਹੁੰਦੀਆਂ ਹਨ, ਸ਼ਬਦਾਂ ਦੀਆਂ ਉਦਾਹਰਣਾਂ, ਸਾਖੀਆਂ ਦੀਆਂ, ਇਤਿਹਾਸ ਦੀਆਂ ਉਦਾਹਰਣਾਂ, ਉੱਥੋਂ ਸੇਧ ਲੈ ਕੇ ਤੇ ਆਪਾਂ ਨੂੰ ਸਮਝ ਲੱਗਦੀ ਹੈ। ਜੇ ਕੋਈ ਨਹੀਂ ਸਮਝਦਾ ਉਸ ਤਰ੍ਹਾਂ ਸਮਝ ਆ ਪੈ ਜਾਂਦੀ ਹੈ, ਸਮਝ ਆ ਜਾਂਦੀ ਹੈ। ਤੇ ਰਜਨੀ ਨੇ ਜਦੋਂ ਜਵਾਬ ਦਿੱਤਾ ਤੇ ਪਿੰਗਲੇ ਨਾਲ ਪਿੰਗਲਾ ਲੱਭ ਕੇ, ਪਿਆਰਿਓ ਆਪਾਂ ਨੂੰ ਇਤਿਹਾਸ ਤੋਂ ਜਾਣੋ, ਬਹੁਤਾ ਟਾਈਮ ਨਾ ਲਈਏ। ਉਸ ਵੇਲੇ ਪਿੰਗਲੇ ਦੇ ਨਾਲ ਵਿਆਹ ਕਰਤਾ ਸੀ ਰਜਨੀ ਦਾ। ਆਪਾਂ ਨੂੰ ਪਤਾ ਕਿ ਕਿਸ ਤਰ੍ਹਾਂ ਪਿੰਗਲਾ, ਜਿਹਨੇ ਉਹ ਤੀਰਥ ਪੈਦਾ ਕੀਤਾ, ਛਪੜੀ ਦੇ ਕਿਨਾਰੇ ਰਜਨੀ ਉਹਦੀ ਕੋਕਰੀ ਰੱਖ ਕੇ ਚਲੀ ਗਈ। ਜਦੋਂ ਪਿਤਾ ਨੇ ਦੇਸ ਨਿਕਾਲਾ ਦਿੱਤਾ, ਮੋਢੇ ਤੇ ਇੱਕ ਝੋਲਾ ਪਾ ਲਿਆ, ਬਸਤਾ, ਕਿਉਂਕਿ ਮੰਗਣ ਵਾਸਤੇ। ਇੱਕ ਰਾਜੇ ਦੀ ਧੀ ਸੁੰਦਰ ਮਟਿਆਰ ਸੀ, ਜਿਹਦਾ ਮੁਖ ਚਿਹਰਾ ਸੁੰਦਰ ਸੀ, ਤੇ ਸਾਧ ਸੰਗਤ ਜੀ ਉਸ ਵੇਲੇ ਇੱਕ ਪਿੰਗਲੇ ਨੂੰ ਸਿਰ ਤੇ ਚੁੱਕ ਕੇ ਤੁਰ ਪਈ। ਦੇਖ ਲਓ, ਕੱਚੇ ਰਸਤੇ ਹੁੰਦੇ ਸੀ, ਜੰਗਲ ਹੋਇਆ ਕਰਦੇ ਸੀ। ਪਿੰਡ ਦੇ ਨੇੜੇ ਜਾ ਕੇ ਗਰਮੀਆਂ ਬਹੁਤ ਸਨ, ਬਹੁਤੀ ਗਰਮੀ ਹੋਣ ਕਾਰਨ ਦੁਪਹਿਰ ਵੇਲੇ ਠੰਡੀ ਛਾਂ ਸੀ, ਝੁੰਡ ਸੀ ਬੇਰੀਆਂ ਦਾ ਇੱਕ, ਉਹਦੇ ਕਿਨਾਰੇ ਦੇ ਉੱਤੇ ਛੱਪੜੀ ਦੇ ਉਹ ਟੋਕਰੀ ਰੱਖਤੀ। ਕਹਿੰਦੇ ਪਤੀ ਪਰਮੇਸ਼ਰ ਇੱਥੇ ਬੈਠੋ, ਤੁਸੀਂ ਟੋਕਰੀ ਦੇ ਵਿੱਚ ਬੈਠ ਕੇ ਆਰਾਮ ਕਰੋ, ਮੈਂ ਪਿੰਡ ਚੋਂ ਪ੍ਰਸ਼ਾਦਾ ਲੈ ਕੇ ਆਉਣੀ ਆ, ਭੁੱਖ ਲੱਗੀ ਹੈ। ਦੇਖੋ, ਇੱਕ ਰਾਜੇ ਦੀ ਕੁੜੀ ਭਿਖਾਰਨ ਬਣ ਗਈ, ਪਿੰਡ ਦੇ ਵਿੱਚ ਪ੍ਰਸ਼ਾਦਾ ਮੰਗਣ ਗਈ ਹੈ, ਖਾਣ ਵਾਸਤੇ, ਛਕਣ ਵਾਸਤੇ। ਤੇ ਪਤੀ ਨੂੰ ਇੱਕ ਪਿੰਗਲੇ ਨੂੰ ਇੱਕ ਛੱਪੜੀ ਦੇ ਕਿਨਾਰੇ ਬਿਠਾ ਗਈ। ਉਹ ਛੱਪੜੀ ਸੀ ਸ੍ਰੀ ਅੰਮ੍ਰਿਤਸਰ ਦਾ ਸਰੋਵਰ, ਜਿੱਥੇ ਹੁਣ ਜਾ ਕੇ ਦੁੱਖ ਭੰਜਨੀ ਹੇਠਾਂ ਇਸ਼ਨਾਨ ਕਰਦੇ ਆ। ਉਹ ਜਗ੍ਹਾ ਪ੍ਰਗਟ ਹੋਣੀ ਸੀ, ਮਹਾਰਾਜ ਨੇ ਵਿਧ ਬਣਾਣੀ ਸੀ ਇੱਕ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਤੇ ਸਾਧ ਸੰਗਤ ਜੀ, ਉਹ ਕਾਂ ਦੇਖਦਾ, ਕਾਲੇ ਕਊਏ ਆਉਂਦੇ ਨੇ, ਹੰਸ ਬਣ ਨਿਕਲਦੇ ਹਨ। ਜਿਹੜਾ ਵੀ ਕਾਂ ਹੁੰਦਾ ਉਹ ਬੇਰੀ ਦੇ ਉੱਤੇ ਬਹਿੰਦਾ, ਤੇ ਬੇਰੀ ਤੋਂ ਡਾਰੀ ਮਾਰ ਕੇ ਉਹ ਛਪੜੀ ਵਿੱਚ ਡੁੱਬੀ ਲਾਣ ਸਾਰ ਹੰਸ ਬਣ ਜਾਂਦਾ। ਤੇ ਸਾਧ ਸੰਗਤ ਜੀ, ਹੰਸ ਬਣਦੇ ਕਾਵਾਂ ਨੂੰ ਦੇਖਿਆ, ਕੌਤਕ ਦੇਖਦਾ। ਪਿੰਗਲਾ ਸਾਹਮਣੇ ਅੱਖਾਂ ਤੱਕ ਨਾਲ ਤੱਕਦਾ, ਤੇ ਮਨ ਦੇ ਵਿੱਚ ਵਿਚਾਰ ਕਰਦਾ ਕਿ ਯਾਰ ਕਾਲੇ ਕਾਂ ਜਿਹੜੇ ਨੂੰ ਕਊਏ ਉਹ ਹੰਸ ਬਣੀ ਜਾਂਦੇ ਨੇ, ਚਿੱਟੇ ਹੋਈ ਜਾਂਦੇ ਨੇ, ਕਿੰਨੀ ਸ਼ਕਤੀ ਹੈ ਗਾਰੇ ਦੇ ਵਿੱਚ, ਜਲ ਦੇ ਵਿੱਚ, ਬਹੁਤ ਸ਼ਕਤੀਸ਼ਾਲੀ ਛੱਪੜੀ ਹੈ। ਕੋਈ ਤਰੀਕੇ ਦੇ ਨਾਲ ਮੈਂ ਛੱਪੜੀ ਦੇ ਵਿੱਚ ਹੋਏ ਨਾ, ਮੈਂ ਟੁੱਬੀ ਲਾਵਾਂ, ਆਪਣਾ ਸਰੀਰ ਡੋਬਾਂ ਇਸ ਛੱਪੜੀ ਦੇ ਵਿੱਚ, ਮੈਂ ਵੀ ਠੀਕ ਹੋ ਜਾਵਾਂ। ਮਨ ਦੇ ਨਾਲ ਵਿਚਾਰ ਕਰਦਾ ਪਿੰਗਲਾ, ਮਨ ਦੇ ਨਾਲ ਵਿਚਾਰ ਕਰਦਾ ਹੋਇਆ ਉਹ ਛੱਪੜੀ ਦੇ ਕਿਨਾਰੇ ਬੈਠਾ ਸੀ। ਸਾਧ ਸੰਗਤ ਜੀ, ਉਹ ਟੋਕਰੀ ਨੂੰ ਮੁੱਧਿਆਂ ਮਾਰਦਾ, ਟੋਕਰੀ ਨੂੰ ਡੇਕ ਕੇ ਘਰੀਸਦਾ ਹੋਇਆ, ਪਲਸੇਟੇ ਮਾਰਦਾ ਹੋਇਆ ਉਹ ਛੱਪੜੀ ਵਿੱਚ ਜਾ ਡਿੱਗਦਾ। ਛੱਪੜੀ ਦੇ ਵਿੱਚ ਟੁੱਬੀ ਲਾਣ ਸਾਰ, ਜਿਸ ਵੇਲੇ ਉਹ ਪਿੰਗਲਾ ਜਿਹੜਾ ਸੀ ਛੱਪੜੀ ਦੇ ਵਿੱਚ ਵੜਦਾ, ਵੜਨ ਸਾਰ ਹੀ ਲੱਤਾਂ ਬਾਹਾਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਿਉਂਕਿ ਜਿਹੜਾ ਕੋਹੜ ਦਾ ਰੋਗ ਹੈ, ਐਸਾ ਰੋਗ ਹੈ, ਇਹਦੇ ਨਾਲ ਜਿੰਨੇ ਜੋੜ ਹਨ, ਜਿੰਨੇ ਸਰੀਰ ਦੇ ਇੰਦਰੇ ਹਨ, ਉਹ ਇਕੱਠੇ ਹੋ ਜਾਂਦੇ ਹਨ, ਸਰੀਰ ਕੰਮ ਨਹੀਂ ਕਰਦਾ।
ਪੀਕ ਵੱਜਦੀ ਹੈ ਇੰਦਰੀਆਂ ਚੋਂ, ਸਰੀਰ ਦੇ ਵਿੱਚੋਂ, ਜੋੜਾਂ ਦੇ ਵਿੱਚੋਂ ਪੀਕ ਵੱਜਦੀ ਹੈ। ਇਹ ਦੁੱਖ ਜਰਿਆ ਨਹੀਂ ਜਾਂਦਾ, ਬਹੁਤ ਵੱਡਾ ਦੁੱਖ, ਜਿਹਨੂੰ ਕੋਈ ਵੈਦ ਕੋਈ ਡਾਕਟਰ ਨਹੀਂ ਠੀਕ ਕਰ ਸਕਦਾ। ਇਹ ਐਸਾ ਰੋਗ ਹੈ। ਤੇ ਦੇਖੋ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਐਸੀ ਵਿਧ ਬਣਾਈ, ਕਿਰਪਾ ਕੀਤੀ। ਇਹ ਪਰਮੇਸ਼ਰ ਤੇ ਰਜਨੀ ਨੇ ਭਰੋਸਾ ਕੀਤਾ ਕਿ ਪਰਮੇਸ਼ਰ ਹੈ ਹਰ ਜਗ੍ਹਾ ਤੇ, ਹਰ ਸਰੀਰ ਵਿੱਚ ਉਹਦਾ ਵਾਸ ਹੈ ਪਿਤਾ ਜੀ। ਤੇ ਸਾਧ ਸੰਗਤ ਜੀ, ਉਹ ਕੋਈ ਬਹੁਤੇ ਦਿਨ ਨਹੀਂ ਹੋਏ, ਜਿਸ ਦਿਨ ਵਿਆਹ ਕੀਤਾ ਦੂਜੇ ਦਿਨ ਹੀ ਪਿੰਗਲਾ ਠੀਕ ਹੋ ਗਿਆ। ਐਸੀ ਉਹਨੇ ਕਿਰਪਾ ਕੀਤੀ ਗੁਰੂ ਰਾਮਦਾਸ ਮਹਾਰਾਜ ਨੇ। ਜਦੋਂ ਪਿਤਾ ਨੇ ਤਾਂ ਧੱਕਾ ਮਾਰਤਾ, ਘਰੋਂ ਕੱਢਤਾ ਕਿ ਜਾ ਚਲੀ ਜਾ, ਦੇਖਦਾ ਤੇਰਾ ਕੌਣ ਪਰਵਰਿਸ਼ ਕਰਦਾ, ਤੈਨੂੰ ਕੌਣ ਖਵਾਉਂਦਾ, ਕਿਹੜਾ ਤੇਰੇ ਪਿੰਗਲੇ ਨੂੰ ਠੀਕ ਕਰਦਾ, ਅੱਜ ਪਤਾ ਲੱਗ ਜਾਵੇਗਾ। ਸਾਧ ਸੰਗਤ ਜੀ, ਉਸ ਵੇਲੇ ਪਿੰਗਲਾ ਨਵੰਬਰ 9 ਹੋ ਗਿਆ, ਜਿਸ ਵੇਲੇ ਉਹ ਛਪੜੀ ਦੇ ਵਿੱਚ ਟੁੱਬੀ ਲਾਈ। ਸਾਧ ਸੰਗਤ ਜੀ, ਇੱਕ ਹੱਥ ਦੀ ਨਿਸ਼ਾਨੀ ਚ ਰੱਖ ਲਈ ਉਹਨੇ। ਕਹਿੰਦਾ ਮੇਰੀ ਪਤਨੀ ਆਏਗੀ, ਉਹਨੇ ਪਛਾਣਨਾ ਨਹੀਂ, ਪਤਨੀ ਪਛਾਣੇਗੀ ਨਹੀਂ, ਕਿਉਂਕਿ ਚਿਹਰਾ ਸੁੰਦਰ ਬਣ ਗਿਆ, ਨੌਜਵਾਨ ਹੋ ਗਿਆ, ਸਰੀਰ ਲੰਬਾ ਹੋ ਗਿਆ, ਗੱਭਰੂ। ਕਿੱਥੇ ਰੋਗ ਦੇ ਨਾਲ ਸੁੰਗੜਿਆ ਪਿਆ ਸੀ ਸਰੀਰ, ਕਿੱਥੇ ਸਾਰਾ ਸਰੀਰ ਖੁੱਲ ਗਿਆ, ਜ਼ਖਮ ਠੀਕ ਹੋ ਗਏ। ਸਾਧ ਸੰਗਤ ਜੀ, ਜ਼ੁਬਾਨ ਜਿਹੜੀ ਕੰਮ ਨਹੀਂ ਸੀ ਕਰਦੀ, ਉਹ ਕੰਮ ਕਰਨਾ ਸ਼ੁਰੂ ਕਰਤਾ। ਤੇ ਐਨੂੰ ਨਵੰਬਰ 9 ਉੱਠ ਕੇ ਛੱਪੜੀ ਚੋਂ ਬਾਹਰ ਆਇਆ। ਇਹ ਟੋਕਰੀ ਮੂਧੀ ਮਾਰ ਕੇ ਉੱਤੇ ਆ ਬੈਠਾ ਉਹ ਪਿੰਗਲਾ, ਤੇ ਸੋਚਦਾ ਕਿ ਮੇਰੀ ਪਤਨੀ ਨੇ ਪਛਾਣਨਾ ਨਹੀਂ, ਕੀ ਕਰਾਂ। ਇੱਕ ਨਿਸ਼ਾਨੀ ਤਾਂ ਰੱਖੀ ਹੈ, ਕਿਸ ਤਰ੍ਹਾਂ ਪਛਾਣੇਗੀ। ਉਹੀ ਗੱਲ ਹੋਈ, ਰਜਨੀ ਆਈ, ਉਹ ਪਛਾਣਦੀ ਨਹੀਂ, ਕਹਿੰਦੀ ਕੌਣ ਹੈ ਤੂੰ। ਮੇਰਾ ਪਤੀ ਤਾਂ ਪਿੰਗਲਾ ਸੀ, ਉਹ ਇੱਥੇ ਬਿਠਾ ਕੇ ਮੈਂ ਗਈ ਸੀ ਟੋਕਰੀ ਤੇ, ਤੂੰ ਉਹਨੂੰ ਮਾਰਤਾ, ਕਿਤੇ ਗਵਾਹ ਕਰ ਲਿਆ ਜਾਂ ਮਾਰ ਕੇ ਸੁੱਟਤਾ। ਉਹ ਲੜਨਾ ਆਰੰਭ ਕਰ ਦਿੰਦੀ ਹੈ। ਰਜਨੀ ਕਹਿੰਦੀ ਮੇਰੇ ਪਤੀ ਦਾ ਦੱਸ ਕਿੱਥੇ ਗਿਆ ਹੈ, ਕਿਉਂਕਿ ਤੂੰ ਮੇਰੇ ਚਿਹਰੇ ਤੋਂ, ਮੇਰੀ ਸੁੰਦਰਤਾ ਤੋਂ ਮੋਹਿਤ ਹੋ ਕੇ ਤੂੰ ਮੇਰੇ ਪਤੀ ਨੂੰ ਮਾਰਤਾ। ਕਿਉਂਕਿ ਸੁੰਦਰ ਬਹੁਤ ਸੀ, ਰਾਜੇ ਦੀ ਬੇਟੀ ਸੀ, ਅੰਚਨ ਸੁੰਦਰ, ਸੋਨੇ ਵਰਗਾ ਸਰੀਰ ਸੀ। ਸਾਧ ਸੰਗਤ ਜੀਓ, ਵਾਰ-ਵਾਰ ਕਹਿੰਦੀ ਹੈ ਕਿ ਪਿੰਗਲਾ ਪਤੀ ਕਿੱਥੇ ਹੈ, ਤੂੰ ਮੇਰੇ ਪਤੀ ਨੂੰ ਮਾਰਤਾ, ਤੂੰ ਮੇਰੇ ਸੁੰਦਰਤਾ ਤੇ ਮੋਹਿਤ ਹੋ ਗਿਆ। ਤੇ ਉਸ ਵੇਲੇ ਸਾਧ ਸੰਗਤ ਜੀਓ, ਗੁਰੂ ਰਾਮਦਾਸ ਮਹਾਰਾਜ ਜੀ ਕੋ ਲੈ ਕੇ ਗਈ। ਫਿਰ ਉਹ ਪਿੰਗਲਾ ਕਹਿੰਦਾ ਭਾਈ ਇਸ ਤਰ੍ਹਾਂ ਨਹੀਂ, ਤੂੰ ਵਿਸ਼ਵਾਸ ਕਰੇਂਗੀ, ਆ ਜਾ ਆਪਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਂਦੇ ਆ, ਜੋ ਫੈਸਲਾ ਕਰਨਗੇ ਉਹੀ ਮੰਨਾਂਗੇ। ਤੇ ਮਹਾਰਾਜ ਦੇ ਚਰਨਾਂ ਤੇ ਜਾ ਕੇ ਜਦੋਂ ਬੇਨਤੀ ਕੀਤੀ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਾਰੀ ਵਿਧ ਸੁਣਾਈ। ਤੇ ਮਹਾਰਾਜ ਜੀ ਹੱਸ ਪਏ, ਗਲ ਦੇ ਨਾਲ ਲਾਇਆ ਰਜਨੀ ਨੂੰ ਤੇ ਉਹਦੇ ਪਤੀ ਨੂੰ, ਕਹਿੰਦੇ ਭਾਈ ਇੱਥੋਂ ਇਹ ਤੀਰਥ ਪੈਦਾ ਹੋਣਾ ਸੀ। ਠੀਕ ਗੱਲ ਹੈ, ਤੇਰਾ ਪਤੀ ਹੈ, ਉਹ ਛਪੜੀ ਨਹੀਂ ਹੈ, ਉਹ ਇਹ ਤੀਰਥ ਨੂੰ ਪ੍ਰਗਟ ਕਰਨ ਵਾਸਤੇ ਇਹ ਜਗ੍ਹਾ ਬਹੁਤ ਹੀ ਸ਼ਕਤੀਸ਼ਾਲੀ ਜਗ੍ਹਾ ਹੈ। ਤੇ ਉਸੇ ਦੁੱਖ ਭੰਜਨੀ ਤੋਂ ਮਹਾਰਾਜ ਜੀ ਨੇ ਟੱਕ ਲਾ ਕੇ ਦੇਖੋ ਅੰਮ੍ਰਿਤ ਸਰੋਵਰ ਦੀ ਖੁਦਾਈ ਸ਼ੁਰੂ ਕਰਾਈ। ਮਹਾਰਾਜ ਨੇ ਹੱਥੀ ਸਰੋਵਰ ਤਿਆਰ ਕਰਵਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੀ ਸੇਵਾ ਕਰਾਈ। ਮੀਆਂ ਮੀਰ ਜੀ ਤੋਂ ਇੱਟ ਰਖਾਈ, ਨੀਂਹ ਪੱਥਰ ਰਖਾਏ। ਸ੍ਰੀ ਹਰਿਮੰਦਰ ਸਾਹਿਬ ਜੀ 4 ਦਰਵਾਜ਼ੇ ਰੱਖੇ, 4 ਵਰਨਾਂ ਨੂੰ ਉਪਦੇਸ਼, ਸਾਧ ਸੰਗਤ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ਿਆ। ਅੱਜ ਸਾਧ ਸੰਗਤ ਜੀ ਉੱਥੇ ਵੀ ਹਜੇ ਵੀ ਪਿੰਗਲੇ ਠੀਕ ਹੁੰਦੇ ਹਨ, ਅਜੇ ਵੀ ਕੈਂਸਰ ਦੇ ਰੋਗ ਠੀਕ ਹੁੰਦੇ ਹਨ, ਜਿਨ੍ਹਾਂ ਨੂੰ ਲੋਕ ਜਵਾਬ ਦੇ ਦਿੰਦੇ ਨੇ ਡਾਕਟਰ। ਮਨ ਕਰਕੇ, ਕੋਈ ਤਨ ਕਰਕੇ ਜਾ ਕੇ ਭਰੋਸਾ ਕਰਕੇ ਗੁਰੂ ਰਾਮਦਾਸ ਦੇ ਦਰ ਤੇ ਟੁੱਬੀ ਲਾਂਦਾ ਜਦੋਂ, ਉਦੋਂ ਹੀ ਉਹਦੇ ਦੁੱਖ ਰੋਗ ਖਤਮ ਹੋ ਜਾਂਦੇ ਹਨ। ਕਿਉਂਕਿ ਉਹ ਸਮਾਂ ਐਸਾ ਸੀ ਪਿਆਰਿਓ, ਜਦੋਂ ਕੋਈ ਕੈਮਰੇ ਨਹੀਂ ਸੀ ਹੁੰਦੇ, ਕੋਈ ਐਸਾ ਹਮਾਸੀ, ਪਰ ਹੁਣ ਤਾਂ ਸਾਹਮਣੇ ਆ ਜਾਂਦਾ, ਸਾਰਾ ਕੁਝ ਸਾਹਮਣੇ ਹੁੰਦਾ। ਜਿਸ ਵੇਲੇ ਦੇਖੀ ਜਾਣ ਵੀਡੀਓ ਨੈਟ ਤੇ ਪਈਆਂ ਹੋਈਆਂ, ਸੰਗਤਾਂ ਠੀਕ ਹੁੰਦੀਆਂ ਹਨ, ਬੱਚੇ ਠੀਕ ਹੁੰਦੇ ਹਨ, ਜਿਨ੍ਹਾਂ ਦਾ ਲੋਕਾਂ ਦਾ ਵਿਸ਼ਵਾਸ ਹੈ ਗੁਰੂ ਰਾਮਦਾਸ ਮਹਾਰਾਜ ਤੇ, ਹੁਣ ਕਿਤੇ ਗਏ ਥੋੜਾ ਨੇ। ਇਹ ਦਸਾਂ ਪਾਤਸ਼ਾਹ ਜੀ ਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨੂੰ ਜਲ ਪਾਣੀ ਨਹੀਂ ਸਮਝਣਾ। ਅੰਮ੍ਰਿਤ ਸਰੋਵਰ ਹੈ, ਜਿੱਥੇ ਅਜੇ ਵੀ ਉਹ ਸ਼ਕਤੀਆਂ ਹਨ, ਹਜੇ ਵੀ ਸ਼ਹੀਦਾਂ ਦਾ ਪਹਿਰਾ ਹੈ ਉਸ ਜਗ੍ਹਾ ਤੇ। ਜਦੋਂ ਕੋਈ ਜਾ ਕੇ ਇਸ਼ਨਾਨ ਕਰਦਾ, ਉਹ ਤਨ ਮਨ ਧਨ ਪੱਖੋਂ ਸੰਪੂਰਨ ਹੋ ਜਾਂਦਾ। ਸਭ ਕੁਛ ਮਿਲਦਾ ਉਹਦੇ ਦਰ ਤੋਂ। ਨਾ ਧਨ ਦੀ ਕਮੀ ਹੈ, ਨਾ ਤਨ ਦਾ ਰੋਗ ਰਹਿੰਦੇ ਹਨ, ਨਾ ਮਨ ਦੇ ਰੋਗ ਰਹਿੰਦੇ ਹਨ। ਸਭ ਕੁਛ ਮਹਾਰਾਜ ਜੀ ਸਾਰੇ ਪੱਖਾਂ ਤੋਂ ਖੁਸ਼ੀ ਬਖਸ਼ ਦੇ ਦਿੰਦੇ ਹਨ। ਇੱਥੇ ਵੀ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਨ ਕਰਦੇ ਹਨ, ਸਾਧ ਸੰਗਤ ਜੀ, ਖਾਦਾ ਪੈਦਾ ਮੁਕਰ ਪਾਏ। ਮਹਾਰਾਜ ਜੀ ਕਹਿੰਦੇ ਐਸਾ ਮਨੁੱਖ ਹੈ ਜਿਹੜਾ ਖਾ ਪੀ ਕੇ ਮਹਾਰਾਜ ਨੂੰ ਭੁਲਾ ਦਿੰਦਾ, ਉਹਦਾ ਸਾਨ ਭੁੱਲ ਜਾਂਦਾ, ਉਹਦੀਆਂ ਦਿੱਤੀਆਂ ਦਾਤਾਂ ਨੂੰ ਵਿਸਾਰ ਦਿੰਦਾ ਕਿ ਮਹਾਰਾਜ ਜੀ ਨਹੀਂ, ਮੈਂ ਸਭ ਕੁਛ ਕਰਦਾ ਹਾਂ, ਜਿਵੇਂ ਦੁਨੀ ਚੰਦ ਨੇ ਭੁਲਾਇਆ।
ਰੱਬ ਨੂੰ ਭੁੱਲ ਜਾਂਦਾ ਹੰਕਾਰ ਦੇ ਵਿੱਚ। ਮਹਾਰਾਜ ਜੀ ਕਹਿੰਦੇ ਕਦੀ ਮੱਧ ਨਹੀਂ ਕਰਨਾ, ਤਿਸ ਨੂੰ ਜੋਹੇ ਦੂਤ ਧਰਮ ਰਾਏ। ਮਹਾਰਾਜ ਜੀ ਕਹਿੰਦੇ ਜੇ ਐਵੇਂ ਕਰਾਂਗੇ ਤੇ ਧਰਮਰਾਜ ਦੇ ਦੂਤ ਦੇਖ ਰਹੇ ਹਨ, ਤੱਕ ਰਹੇ ਹਨ ਸਭ ਕੁਛ। ਕਹਿੰਦੇ ਧਰਮਰਾਜ ਨੇ ਨਹੀਂ ਛੱਡਣਾ। ਫਿਰ ਕਹਿੰਦੇ ਉਹਨਾਂ ਤੇ ਜਦੋਂ ਸਵਾਸ ਨਿਕਲੇ ਆਤਮਾ ਨੂੰ ਹੱਥ ਕਣੀਆਂ ਲਾ ਲੈਣੀਆਂ, ਨਾਲ ਹੀ ਲੈ ਜਾਣਾ। ਕਹਿੰਦੇ ਉੱਥੇ ਜਵਾਬ ਦੇਣਾ ਪੈਣਾ ਜੇ ਖਾ ਪੀ ਕੇ ਮੁੱਕਰ ਗਏ। ਤੇ ਮਹਾਰਾਜ ਜੀ ਪਿਛਲੇ ਸ਼ਬਦ ਦੇ ਵਿੱਚ ਕਿਹਾ ਹੀ ਹੈ, ਕੱਲ ਸਰਵਣ ਕੀਤਾ ਹੈ। ਕਹਿੰਦੇ ਨਮਕ ਖਾ ਕੇ ਰਾਮ ਨਹੀਂ ਕਰਨਾ। ਕਹਿੰਦੇ ਨਮਕ ਖਾਧਾ ਪਰਮੇਸ਼ਰ ਦਾ, ਹਰੀ ਦਾ, ਕਦੀ ਭੁੱਲੀਏ ਨਾ। ਉਹਦਾ ਨਮਕ ਖਾ ਕੇ ਉਹਨੂੰ ਤਿਆਗੀਏ ਨਾ, ਉਹਨੂੰ ਛੱਡੀਏ ਨਾ, ਸਦਾ ਹੀ ਸ਼ੁਕਰ ਕਰੀਏ, ਉਹਦਾ ਸ਼ੁਕਰਾਨਾ ਕਰੀਏ। ਤਿਸ ਸਿਉ ਬੇਮੁਖ ਜਿਨ ਜੀਓ ਪਿੰਡ ਦੀਨਾ। ਮਹਾਰਾਜ ਜੀ ਕਹਿੰਦੇ ਉਹਦੇ ਤੋਂ ਬੇਮੁਖ ਨਾ ਹੋਈਏ। ਜਿਹਨੇ ਜੀਓ ਪਿੰਡ ਸਰੀਰ ਬਖਸ਼ਿਆ, ਤਨ ਬਖਸ਼ਿਆ, ਉਹਦੇ ਤੋਂ ਬੇਮੁਖ ਨਾ ਹੋਈਏ। ਕੋਟ ਜਨਮ ਭਰਮੇ ਬੋ ਜੁਨਾ। ਮਹਾਰਾਜ ਜੀ ਨਾਲ ਦੀ ਨਾਲ ਜਵਾਬ ਦੇ ਰਹੇ ਹਨ। ਕਹਿੰਦੇ ਦੇਖੋ ਜੇ ਮੁਕਰਾਂਗੇ, ਇਹ ਸਰੀਰ ਦਿੱਤਾ, ਜੀਓ ਪਿੰਡ ਦਿੱਤਾ ਮਾਲਕ ਨੇ। ਕਹਿੰਦੇ ਕਰੋੜਾ ਜਨਮ ਹੀ ਭਰਮ ਦੇ ਵਿੱਚ ਜੂਨਾ ਵਿੱਚ ਪਏ ਰਵਾਂਗੇ। ਰਹਾਉ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਬਚਨ ਕਰਦੇ ਹਨ, ਭਾਈ ਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੇ ਸਗਲ ਵਿਪਰੀਤ। ਸਾਕਤ ਉਹਨੂੰ ਕਿਹਾ ਗਿਆ ਉਸ ਮਨੁੱਖ ਨੂੰ ਜਿਹੜਾ ਪੱਥਰ ਦਿਲ ਹੋਵੇ, ਜਿਹੜਾ ਕੋਈ ਲੈਣ ਦੇ ਨਹੀਂ ਨਾ ਹੋਏ ਮਹਾਰਾਜ ਨਾਲ, ਜਿਹੜਾ ਕਦੀ ਗੁਰੂ ਘਰ ਆਏ ਨਾ, ਜਿਹਨੇ ਸੰਗਤ ਹੀ ਨਹੀਂ ਕੀਤੀ, ਜਿਹਦੀ ਬਿਰਤੀ ਪੱਥਰ ਵਾਲੀ ਹੈ, ਉਹਨੂੰ ਸਾਕਤ ਕਹਿੰਦੇ ਆ। ਕਹਿੰਦੇ ਸਾਕਤ ਕੀ ਐਸੀ ਹੈ ਰੀਤ। ਮਹਾਰਾਜ ਜੀ ਕਹਿੰਦੇ ਸਾਕਤ ਦੀ ਐਸੀ ਬਿਰਤੀ ਹੈ, ਜੋ ਕਿਛ ਕਰੇ ਸੋ ਆਪਨ ਸਗਲ ਵਿਪਰੀਤ। ਕਹਿੰਦੇ ਉਹ ਆਪਣਾ ਸਮਝਦਾ, ਜੋ ਕਰਦਾ ਨਾ ਕਹਿੰਦਾ ਮੈਂ ਹੀ ਕਰਦਾ ਵਾਂ, ਮੇਰੇ ਤੋਂ ਬਿਨਾ ਕੌਣ ਹੈ। ਸਾਕਤ ਦੀ ਐਸੀ ਬਿਰਤੀ ਹੈ, ਜਿਉ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕਰ ਮਨੋ ਵਸਾਰਿਆ। ਤੇ ਮਹਾਰਾਜ ਜੀ ਅਖੀਰਲੀਆਂ ਤੁਖਾਂ ਵਿੱਚ ਬਚਨ ਕਰਦੇ ਨੇ, ਕਹਿੰਦੇ ਜੀਓ ਪਿੰਡ ਜਿਨ ਤਨ ਧਨ ਤਨ ਮਨ ਧਾਰਿਆ। ਜਿਨੇ ਜੀਓ ਪਿੰਡ ਤਨ ਮਨ ਦਿੱਤਾ, ਸੋਈ ਠਾਕਰ ਮਨੋ ਵਸਾਰਿਆ। ਮਹਾਰਾਜ ਜੀ ਕਹਿੰਦੇ ਉਹੀ ਠਾਕਰ ਨੂੰ ਅਸੀਂ ਭੁੱਲ ਜਾਂਦੇ ਹਾਂ, ਵਸਾਰ ਦਿੰਦੇ ਹਾਂ। ਉਹਦੇ ਵਿਕਾਰ ਸਗਲ ਬੋ ਕਾਗਰ, ਨਾਨਕ ਉਦਰੋ ਕਿਰਪਾ ਸੁਖ ਸਾਗਰ। ਮਹਾਰਾਜ ਜੀ ਕਹਿੰਦੇ ਵਿਕਾਰਾਂ ਦੀ ਪੰਡ ਚੁੱਕੀ ਫਿਰਦੇ ਆਂ ਅਸੀਂ। ਬੱਧੇ ਵਿਕਾਰ ਸਗਲ ਬੋ ਕਾਗਰ। ਕਹਿੰਦੇ ਸਗਲ ਸਦਾ ਹੀ ਮਹਾਰਾਜ ਜੀ ਕਹਿੰਦੇ ਵਿਕਾਰ ਬੰਨਦੇ ਆ, ਵਿਕਾਰਾਂ ਨੂੰ ਇਕੱਠੇ ਕਰੀ ਜਾ ਰਹੇ ਹਾਂ। ਨਾਨਕ ਉਦਰ ਕਿਰਪਾ ਸੁਖ ਸਾਗਰ। ਮਹਾਰਾਜ ਜੀ ਫਿਰ ਬੇਨਤੀ ਕਰਦੇ ਹਨ, ਬੇਨਤੀ ਕਰਨ ਦੀ ਜਾਚ ਦੱਸਦੇ ਹਨ। ਨਾਨਕ ਉਧਰ ਮਹਾਰਾਜ ਜੀ ਕਹਿੰਦੇ ਤੁਸੀਂ ਕਿਰਪਾ ਕਰ ਦਿਓ। ਸੁਖ ਸਾਗਰ ਜੀਓ ਪਾਰ ਬ੍ਰਹਮ ਕੀ ਸਰਨ ਤੇਰੀ ਸਰਨਾਈ। ਮਹਾਰਾਜ ਜੀ ਕਹਿੰਦੇ ਤੁਹਾਡੀ ਸ਼ਰਨ ਆਏ ਹਾਂ, ਪਾਰ ਬ੍ਰਹਮ ਤੇਰੀ ਸਰਨਾਈ, ਬੰਧਨ ਕਾਟ ਤਰੇ ਹਰ ਨਾਈ। ਮਹਾਰਾਜ ਜੀ ਕਹਿੰਦੇ ਤੁਹਾਡੀ ਸ਼ਰਨ ਆਏ ਆ, ਤੁਸੀਂ ਕਿਰਪਾ ਧਾਰ ਦਿਓ, ਬੰਧਨਾਂ ਤੋਂ ਛਡਾ ਲਵੋ। ਕਹਿੰਦੇ ਤੁਹਾਡੀ ਸ਼ਰਨ ਆਏ ਆ, ਪਾਰ ਬ੍ਰਹਮ ਤੇਰੀ ਸਰਨਾਈ, ਤੇਰੀ ਸ਼ਰਨ ਗ੍ਰਹਿਣ ਕਰਦੇ ਹਾਂ। ਬੰਧਨਾਂ ਨੂੰ ਕੱਟ ਕੇ ਮਹਾਰਾਜ ਜੀ ਕਹਿੰਦੇ ਇਸ ਭਰੇ ਹੋਏ ਸਾਗਰ ਤੋਂ ਸਾਨੂੰ ਪਾਰ ਕਰ ਦੇਵੋ, ਤਾਰ ਲਵੋ। ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ। ਸਤਿਗੁਰੂ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਬਚਨ ਕਰਦੇ ਹਨ। ਸਮਾਂ ਬਹੁਤ ਹੋ ਚੁੱਕਾ ਹੈ। ਸਤਿਗੁਰੂ ਜੀ ਮਿਹਰ ਕਰਨ, ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨ। ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ, ਨੇਕਾਂ ਭੁੱਲਾਂ ਹੋ ਜਾਂਦੀਆਂ ਮਹਾਰਾਜ ਜੀ ਸਮੱਤ ਬਖਸ਼ ਲੈਣ। ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।